हालेलुया हालेलुया। सर्वधर्मा 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 ਸਮੁੱਤਿਆਂ ਸਿਰਸੱਥ ਨਿਵਾਸ ਜਗਤ ਪ੍ਰੰਦੇ। दास ਦਾ ਸਿਰ ਪੂਰੀ ਕਾਇਨਾਤ ਅੱਗੇ ਝੁਕਦਾ ਹੈ, ਕਿਉਂਕਿ ਮੇਰਾ ਈਸ਼ਵਰ ਅੱਲਾ ਗॉड ਪੂਰੀ ਸ੍ਰਿਸ਼ਟੀ ਕਣ ਕਣ ਜਰੇ ਜਰੇ ਪੱਤੇ ਪੱਤੇ ਵਿੱਚ ਵਿਰਾਜਮਾਨ ਹੈ, ਭਾਵ ਪੂਰੇ ਜਗਤ ਵਿੱਚ ਵਿਰਾਜਮਾਨ ਹੈ। ਤੋ ਦਾਸ ਅੱਜ ਸ਼ਬਦ ਦੀ ਮਹਿਮਾ ਗਾਣ ਜਾ ਰਿਹਾ ਹੈ। ਸਰਵ ਧਰਮਾਂ ਦਿਆ ਸਾਈਆਂ ਸ਼ਬਦ ਦੇ ਤਾਰੀ ਹੋ ਆਇਆ ਏ। ਸ਼ਬਦ ਤੋਂ ਸਾਰੀ ਸ੍ਰਿਸ਼ਟੀ ਬਣੀ ਹੈ, शब्द आप परमेश्वर अखवाया शब्द दे विच ही जिउणा है, यह जिउणा ही इंसान लई चानण हनेरे नूं बुझा देंदा ते नेरे विच चमकदा ये चानण। सबद तो पहला कोई सूरज नहीं सी, ना चंद ते ना ही आकाश, ਇਹ ਸਭ ਜੀਵਾਂ ਤੇ ਚੀਜ਼ਾਂ ਬਣਾਉਣ ਦੀ ਜੁਗਤੀ ਕੇਵਲ ਸਿੱਖ ਦੇ ਹੀ ਪਾਸੇ। ਸਭ ਚੀਜ਼ਾਂ ਇਸ ਦੇ ਹੁਕਮ ਅੰਦਰ ਸਨ, ਇਸ ਤੋਂ ਬਗੈਰ ਨਹੀਂ ਕੋਈ ਆਸਾ। शब्द शब्द जानदा जौहर, शब्द मूल ते शब्द खुलासा। शब्द शब्दी उत्पत्ति ते परलो है, शब्द ही इस रब दी जाने। कैल कविंदर सारी सृष्टि दे विच केवल शब्द दी गाथा महाने। सर्व धर्म दिया साइयां सर्व धर्म दिया साइयां शब्दा आदि ते अंत शब्द जो कुछ है शब्द ही है। ये शब्द ता अनंत बेअंत ही शब्द ही पंजां तत्तां दा सार है। शब्द स्पर्श रूप रस्ते गंध, शब्द सानू पैदा करन वाला है। ये शब्द ही साडा आधार ते सुगंध। शब्द साडा आधार है, असीं शब्द दे हां ते शब्द ही केवल साडा
ਸਭ ਬਾਣੀਆਂ ਦਸਣ ਸ਼ਬਦ ਕੁਲ ਮਾਲਕ ਹੈ ਤੇ ਸ਼ਬਦ ਨਾਲ ਹੀ ਇੱਕ ਵਾਦਾ ਏ ਧਰਤੀ ਤੇ ਆਕਾਸ਼ ਸਭ ਸ਼ਬਦ ਤੂੰ ਬਣਿਆ ਨਾ ਇਹ ਸ਼ਬਦ ਘਟ ਘਟ ਦੇ ਅੰਦਰ ਇਹ ਸਾਰੇ ਜਗਤ ਨੂੰ ਲਈ ਖੜਾ ਇਹ ਇੱਕ ਹੀ ਪੂਰੇ ਜਗਤ ਦਾ ਮੰਦਰ ਅਸਲ ਰੂਪ ਵਿੱਚ ਦਿਖਾਈ ਨਹੀਂ ਦਿੰਦਾ ਸੂਖਮ ਤਰੀਵ ਵਿੱਚ ਰਹਿੰਦਾ ਏ ਕੈ ਲਖਵਿੰਦਰ ਸ਼ਬਦ ਆਦਿ ਤੇ ਅੰਤ ਹੈ ਇਹ ਸਭਨਾਂ ਨੂੰ ਗੋਦ ਲੈ ਬਹਿੰਦਾ ਏ ਸਰਵ ਧਰਮਾਂ ਦਿਆ ਸਾਈਆਂ ਪਰਮੇਸ਼ਰ ਯਿਸੂ ਮਸੀਹ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਪ੍ਰਭੂ ਯਿਸੂ ਮਸੀਹ ਜੀ ਨੇ ਸਾਡੇ ਜੀਵਾਂ ਲਈ ਪਵਿੱਤਰ ਬਾਈਬਲ ਗ੍ਰੰਥ ਦੇ ਮਾਧਿਅਮ ਨਾਲ ਸਾਡੇ ਜੀਵਨ ਵਿੱਚ ਅਥਾਹ ਹੀ ਖੁਸ਼ੀਆਂ ਦੀ ਬਖਸ਼ਿਸ਼ ਕੀਤੀ ਹੈ ਔਰ ਸਾਨੂੰ ਜੀਵਾਂ ਨੂੰ ਪਰਮੇਸ਼ਰ ਨਾਲ ਜੋੜਨ ਦੀ ਦਾਤ ਬਖਸ਼ੀ ਹੈ ਧਰਮ ਗ੍ਰੰਥ ਪਵਿੱਤਰ ਬਾਈਬਲ ਆਦਿ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਗਵਤ ਗੀਤਾ ਰਮਾਇਣ ਪੁਰਾਣ ਕੁਰਾਨ ਆਦਿ ਸਭ ਸਮੁੱਚੀ ਮਾਨਵਤਾ ਨੂੰ ਪ੍ਰਭੂ ਪਰਮੇਸ਼ਰ ਈਸ਼ਵਰ ਅੱਲਾ ਗੋਡ ਵਾਹਿਗੁਰੂ ਨਾਲ ਜੋੜਨ ਲਈ ਸਾਨੂੰ ਸਹੀ ਦਿਸ਼ਾ ਮਾਰ ਕਰਦੇ ਹਨ ਕਿਉਂਕਿ ਇਹ ਸਭ ਗ੍ਰੰਥ ਸਾਡੇ ਸਭ ਜੀਵਾਂ ਦੇ ਸਾਂਝੇ ਹਨ ਬਾਈਬਲ ਦੇ ਨਵੇਂ ਨਿਯਮ ਅਨੁਸਾਰ ਸ਼ੁਰੂ ਵਿੱਚ ਹੀ ਮਤੀ ਰਚਿਤ ਸੁਸਮਾਚਾਰ ਇਹ ਸੰਦੇਸ਼ ਦਿੰਦਾ ਹੈ ਕਿ ਪ੍ਰਭੂ ਯਿਸੂ ਮਸੀਹ ਉਹ ਉਦਾਰਕਰਤਾ ਹੈ ਜਿਸ ਦੇ ਆਉਣ ਦੀ ਭਵਿੱਖਬਾਣੀ ਪਹਿਲਾਂ ਹੀ ਹੋ ਚੁੱਕੀ ਸੀ ਪਰਮੇਸ਼ਰ ਨੇ ਆਪਣੇ ਲੋਕਾਂ ਨਾਲ ਕਹੇ ਗਏ ਵਾਚਾਂ ਅਨੁਸਾਰ ਇਹ ਵਚਨ ਪੂਰਾ ਕੀਤਾ ਔਰ ਇਹ ਸੰਦੇਸ਼ ਕੇਵਲ ਯਹੂਦੀ ਲੋਕਾਂ ਦੇ ਲਈ ਹੀ ਨਹੀਂ ਸੀ ਜਿਨ੍ਹਾਂ ਵਿੱਚ ਯਿਸੂ ਮਸੀਹ ਪੈਦਾ ਹੋਏ ਸਨ ਔਰ ਪਾਲੇ ਪੋਸੇ ਗਏ ਸਨ ਬਲਕਿ ਸਾਰੇ ਸੰਸਾਰ ਦੇ ਲਈ ਹੈ ਮਤਲਬ ਇੰਟਾਇਰ ਯੂਨੀਵਰਸ ਦੇ ਲਈ ਹੈ So Jesus Christ did not belong to the Christian alone. He belonged to the entire universe and the entire universe belonged to him. ਮਤਲਬ ਯਿਸੂ ਮਸੀਹ ਸਿਰਫ ਕ੍ਰਿਸਚਨਾਂ ਦੇ ਲਈ ਹੀ ਨਹੀਂ ਸਨ ਉਹ ਤਾਂ तमाम ਸ੍ਰਿਸ਼ਟੀ ਦੇ ਲਈ ਸਨ ਔਰ तमाम ਸ੍ਰਿਸ਼ਟੀ ਉਹਨਾਂ ਲਈ ਸੀ ਅਜਿਹੀਆਂ ਹਸਤੀਆਂ ਜਦ ਕਦੇ ਸੰਸਾਰ ਵਿੱਚ ਆਉਂਦੀਆਂ ਹਨ ਉਹ तमाम ਮਨੁੱਖ ਜਾਤੀ ਭਾਵ ਪੂਰੀ ਸਮੁੱਚੀ ਮਾਨਵਤਾ ਦੇ ਲਈ ਹੁੰਦੀਆਂ ਹਨ ਉਹ ਨਾ ਕੇਵਲ ਈਸਾਈ ਹੁੰਦੀਆਂ ਹਨ ਨਾ ਪਾਰਸੀ ਹੁੰਦੀਆਂ ਹਨ ਨਾ ਮੁਸਲਮਾਨ ਔਰ ਨਾ ਹਿੰਦੂ ਸਿੱਖ ਜੈਨੀ ਬੋਧੀ ਹੁੰਦੀਆਂ ਹਨ ਇਹਨਾਂ ਦਾ ਕਿਸੇ ਖਾਸ ਇੱਕ ਮਜ਼ਹਬ ਨਾਲ ਕੋਈ ਖਾਸ ਤਾਲੁਕ ਨਹੀਂ ਹੁੰਦਾ ਉਹਨਾਂ ਦੀ ਤਾਲੀਮ ਇੱਕ ਹੀ ਹੁੰਦੀ ਹੈ ਜੋ ਯੂਨੀਵਰਸਲ ਅਰਥਾਤ ਸਰਵਭੂਮ ਹੁੰਦੀ ਹੈ ਫਿਰ ਇਹਨਾਂ ਦੁਆਰਾ ਲਿਖੀਆਂ ਬਾਣੀਆਂ ਕਿਸ ਤਰ੍ਹਾਂ ਇੱਕ ਖਾਸ ਧਰਮ ਮਤ ਮਿਸ਼ਨ ਲਈ ਵੱਖੋ ਵੱਖਰੀਆਂ ਹੋ ਸਕਦੀਆਂ ਹਨ ਸਭ ਧਰਮ ਕਹਿ ਰਹੇ ਹਨ ਕਿ ਰੱਬ ਜਣੀ ਪਰਮੇਸ਼ਰ ਈਸ਼ਵਰ ਅੱਲਾ ਗੋਡ ਵਾਹਿਗੁਰੂ ਇੱਕ ਹੈ ਸਭ ਇਨਸਾਨ ਇਸ ਦੇ ਬੱਚੇ ਹਨ ਔਰ ਇਹਨਾਂ ਸਭ ਬੱਚਿਆਂ ਦੇ ਇੱਕੋ ਜਿਹੇ ਹੱਕ ਹਨ ਔਰ ਸਭਨਾਂ ਦੇ ਅੰਦਰ ਈਸ਼ਵਰ ਅੱਲਾ ਗੋਡ ਵਾਹਿਗੁਰੂ ਜਿਹੜੀ ਰੱਬ ਨੂੰ ਮਿਲਣ ਦਾ ਇੱਕੋ ਜਿਹਾ ਮਸਾਲਾ ਹੈ ਸਭਨਾਂ ਲਈ ਰੱਬ ਨੂੰ ਮਿਲਣ ਦਾ ਰਸਤਾ ਵੀ ਇੱਕੋ ਜਿਹਾ ਹੈ ਸੋ ਅੱਜ ਅਸੀਂ ਸ਼ਬਦ ਦਾ ਪ੍ਰਕਰਨ ਵਿਸ਼ਾ ਜਿਹੜੀ ਸ਼ਬਦ ਦੇ ਸਬਜੈਕਟ ਤੇ ਵਿਚਾਰ ਕਰਨਾ ਹੈ ਕਿ ਸ਼ਬਦ ਕੀ ਹੈ ਕੀ ਸ਼ਬਦ ਹੀ ਪਰਮਾਤਮਾ ਹੈ ਕੀ ਸ਼ਬਦ ਤੋਂ ਹੀ ਸਾਰੀ ਸ੍ਰਿਸ਼ਟੀ ਬਣੀ ਕੀ ਸ਼ਬਦ
ਸਭ ਤੋਂ ਪਹਿਲਾਂ ਸੀ ਔਰ ਸ੍ਰਿਸ਼ਟੀ ਬਾਅਦ ਵਿੱਚ ਬਣੀ? ਕੀ ਸ਼ਬਦ ਵਿੱਚ ਹੀ ਜੀਵਨ ਸੀ? ਕੀ ਸ਼ਬਦ ਹੀ ਇਨਸਾਨ ਲਈ ਚਾਨਣ ਸੀ? ਸੋ ਅਜਿਹੇ ਸ਼ਬਦ ਕਈ ਸਵਾਲ ਮਨ ਵਿੱਚ ਉਤਪੰਨ ਹੁੰਦੇ ਹਨ। ਇਹਨਾਂ ਸਵਾਲਾਂ ਦਾ ਨਿਵਾਰਨ ਪਵਿੱਤਰ ਬਾਈਬਲ ਜੋ ਯੋਹੰਨਾ ਦੀ ਅੰਜੀਲ ਦਾ ਗੋਸਪਲ ਅਕਾਰਡਿੰਗ ਟੂ ਜੋਨ ਅਧਿਆਏ ਪਹਿਲੇ ਦੇ 1 ਤੋਂ 28 ਤੱਕ ਦੱਸਿਆ ਹੈ ਕਿ ਸ਼ਬਦ ਦੇ ਧਾਰੀ ਹੋਇਆ। ਸੋ ਸ਼ਬਦ ਨੂੰ ਵਰਡ, ਸ਼ਬਦ ਜਾਨੀ ਕਲਾਮ ਜਾਂ ਕਲਮਾ ਕਿਹਾ ਜਾਂਦਾ ਹੈ, ਜੋ ਵੱਖ-ਵੱਖ ਧਰਮਾਂ ਦੀਆਂ ਵੱਖ-ਵੱਖ ਭਾਸ਼ਾਵਾਂ ਬੋਲੀਆਂ ਵਿੱਚ ਬੋਲਿਆ ਜਾਂਦਾ ਹੈ। ਜੋ ਕ੍ਰਿਸਚਨਾਂ ਵਿੱਚ ਇਸ ਇੱਕ ਰੱਬ ਨੂੰ ਹਾਲੇਲੂਇਆ ਹਾਲੇਲੂਇਆ ਸ਼ਬਦ ਨਾਲ ਪੁਕਾਰਿਆ ਜਾਂਦਾ ਹੈ, ਯਾਦ ਕੀਤਾ ਜਾਂਦਾ ਹੈ। ਸੋ ਅੱਜ ਅਸੀਂ ਅਸਲ ਗੱਲ ਕਿ ਰੱਬ ਕੀ ਹੈ, ਸ਼ਬਦ ਕੀ ਹੈ ਬਾਰੇ ਪਵਿੱਤਰ ਬਾਈਬਲ ਵਿੱਚੋਂ ਜਾਣਨਾ ਹੈ। ਸੋ ਬਾਈਬਲ ਕਲੀਅਰ ਕਰ ਰਹੀ ਹੈ ਕਿ ਆਦਿ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਰ ਦੇ ਸੰਗ ਸੀ ਔਰ ਸ਼ਬਦ ਹੀ ਪਰਮੇਸ਼ਰ ਸੀ, ਮਤਲਬ ਸ਼ਬਦ ਹੀ ਰੱਬ ਸੀ। ਸੋ ਦਾਸ ਪਵਿੱਤਰ ਬਾਈਬਲ ਵਿੱਚੋਂ ਹੀ ਸ਼ਬਦ ਦੀ ਮਹਿਮਾ ਨੂੰ ਜਾਣ ਕੇ ਪੰਜਾਬੀ ਭਾਸ਼ਾ ਵਿੱਚ ਸਲੋਗਨ ਤਿਆਰ ਕਰਕੇ ਸੰਗਤਾਂ ਨੂੰ ਗਾ ਕੇ ਸੁਣਾ ਰਿਹਾ ਹੈ ਕਿ ਸੰਗਤਾਂ ਨੂੰ ਸਮਝ ਆ ਜਾਵੇ ਕਿ ਸ਼ਬਦ ਹੀ ਪਰਮਾਤਮਾ ਹੈ, ਸ਼ਬਦ ਹੀ ਪਰਮੇਸ਼ਰ ਹੈ, ਸ਼ਬਦ ਹੈ ਜਾਨੀ ਗੋਡ ਹੈ। ਸੋ ਯੋਹੰਨਾ ਦੀ ਅੰਜੀਲ ਕਹਿ ਰਹੀ ਹੈ ਕਿ ਆਦਿ ਵਿੱਚ ਸ਼ਬਦ ਸੀ ਔਰ ਸ਼ਬਦ ਪਰਮੇਸ਼ਰ ਦੇ ਸੰਗ ਸੀ ਔਰ ਸ਼ਬਦ ਹੀ ਪਰਮੇਸ਼ਰ ਸੀ। In the beginning was the word. In the beginning was the word. The word was with God and the word was God. In the beginning was word. The word was with God and the word was God. ਇਹੋ ਆਦਿ ਵਿੱਚ ਪਰਮੇਸ਼ਰ ਦੇ ਸੰਗ ਸੀ। He was in the beginning with God. ਸਭ ਕੁਝ ਉਸ ਤੋਂ ਰਚਿਆ ਗਿਆ ਅਤੇ ਰਚਨਾ ਵਿੱਚ ਇੱਕ ਵਸਤੂ ਵੀ ਉਸ ਤੋਂ ਬਿਨਾਂ ਨਹੀਂ ਰਚੀ ਗਈ। All things were made through him and without him nothing was made that was made. ਉਸ ਵਿੱਚ ਜਿਉਣਾ ਸੀ ਅਤੇ ਉਹ ਜਿਉਣਾ ਇਨਸਾਨ ਦਾ ਚਾਨਣ ਸੀ। In him was life and the life was light of men. ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ ਪਰ ਹਨੇਰੇ ਨੇ ਉਸ ਨੂੰ ਨਾ ਬੁਝਾਇਆ। All the light shines in the darkness and the darkness did not comprehend it. ਪਰਮੇਸ਼ਰ ਦੇ ਵੱਲੋਂ ਯੋਹੰਨਾ ਨਾਮੇ ਇੱਕ ਮਨੁੱਖ ਭੇਜਿਆ ਹੋਇਆ ਸੀ। There was a man sent from God whose name was John. ਇਹ ਸਾਖੀ ਦੇ ਲਈ ਆਇਆ ਬਈ ਚਾਨਣ ਉੱਤੇ ਸਾਖੀ ਦੇਵੇ ਤਾਂ ਜੋ ਸਭ ਲੋਕ ਉਸ ਦੇ ਰਾਹੀਂ ਨਿਸ਼ਚੈ ਕਰਨ। This man come for a witness to bear witness of the light that all through him might believe. ਉਹ ਆਪ ਚਾਨਣ ਤਾਂ ਨਹੀਂ ਸੀ ਪਰ ਉਹ ਚਾਨਣ ਉੱਪਰ ਸਾਖੀ ਦੇਣ ਆਇਆ ਸੀ। He was not the light but was sent to bear witness of that light. ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਨੂੰ ਚਾਨਣ ਜਾਨੀ ਉਜਾਲਾ ਕਰਦਾ ਹੈ ਜਗਤ ਵਿੱਚ ਆਉਣ ਵਾਲਾ ਸੀ। That was the true light which gives light to every man coming into the world. ਉਹ ਜਗਤ ਵਿੱਚ ਸੀ ਅਤੇ ਜਗਤ ਉਸ ਤੋਂ ਰਚਿਆ ਗਿਆ ਪਰ ਜਗਤ ਨੇ ਉਸ ਨੂੰ ਨਾ ਪਛਾਤਾ। He was in the word and the word was made through him. And the word did not know him. ਉਹ ਆਪਣੇ ਘਰ ਆਇਆ ਔਰ ਜਿਹੜੇ ਉਸ ਦੇ ਆਪਣੇ ਸਨ ਉਹਨਾਂ ਨੇ ਉਸ ਨੂੰ ਕਬੂਲ ਨਹੀਂ ਕੀਤਾ। He come to his own and his own did not receive him. ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ ਉਸਨੇ ਉਹਨਾਂ ਨੂੰ ਪਰਮੇਸ਼ਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ।